ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਵਨ ਵਿੱਚ ਕੁਛ ਵੀ ਜਿੱਤਣ ਜਾਂ ਹਾਰਨ ਲਈ ਨਹੀਂ ਹੈ। ਜੀਵਨ ਦਾ ਉਦੇਸ਼ ਜਿੱਤਣਾ ਜਾਂ ਹਾਰਨਾ ਨਹੀਂ ਹੈ, ਕਿਉਂਕਿ ਜ਼ਿੰਦਗੀ ਵਿੱਚ ਕੁਛ ਵੀ ਜਿੱਤਣ ਲਈ ਨਹੀਂ ਹੈ ਅਤੇ ਕੁਛ ਵੀ ਹਾਰਨ ਵਾਸਤੇ ਵੀ ਨਹੀਂ ਹੈ। ਅਸੀਂ ਆਪਣੇ ਸੀਮਤ ਸਮੇਂ, ਜਿਸ ਨੂੰ ਅਸੀਂ ਜ਼ਿੰਦਗੀ ਕਹਿੰਦੇ ਹਾਂ, ਜਾਂ ਤਾਂ ਉਸ ਦਾ ਆਨੰਦ ਲੈ ਸਕਦੇ ਹਾਂ ਜਾਂ ਫਿਰ ਉਸ ਨੂੰ ਬੋਝ ਸਮਝਦੇ ਹਾਂ। ਪਰ ਇਹ ਆਨੰਦ, ਇਹ ਖੁਸ਼ੀ ਜਾਂ ਬੋਝ, ਇਹ ਸਾਡੀ ਕਲਪਨਾ ਦੀ ਉਪਜ ਹੈ, ਸਾਡੇ ਮਨ ਦੀ ਉਪਜ ਹੈ। ਪਰ ਹਾਲਾਤ ਇਹੋ ਜਿਹੇ ਹਨ ਕਿ ਅੱਜ ਦਾ ਮਨੁੱਖ ਖੁਸ਼ੀ, ਦੁੱਖ ਜਾਂ ਹਾਰ ਜਿੱਤ ਵਿੱਚ ਹੀ ਫਸਿਆ ਰਹਿੰਦਾ ਹੈ ਅਤੇ ਆਪਣੀ ਸਾਰੀ ਜ਼ਿੰਦਗੀ ਉਸ ਕਲਪਨਾ ਵਿੱਚ ਹੀ ਗਵਾ ਲੈਂਦਾ ਹੈ। ਬਹੁਤ ਥੋੜ੍ਹੇ ਲੋਕ ਹਨ ਜੋ ਇਸ ਖੁਸ਼ੀ ਗਮੀ ਤੋਂ ਪਾਸੇ ਹਨ, ਇਸ ਹਾਰ ਜਿੱਤ ਤੋਂ ਪਾਸੇ ਹਨ। ਅੱਜ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੈ। ਕਹਾਣੀਆਂ ਸਾਡੀ ਜ਼ਿੰਦਗੀ ਨੂੰ ਬਹੁਤ ਸੇਧ ਦਿੰਦੀਆਂ ਹਨ। ਆਓ ਸ਼ੁਰੂ ਕਰੀਏ ਅੱਜ ਦੀ ਕਹਾਣੀ। ਇੱਕ ਦਿਨ ਇੱਕ ਨੌਜਵਾਨ ਮੱਠ ਵਿੱਚ ਆਇਆ ਅਤੇ ਮੱਠ ਦੇ ਮੁਖੀ ਨੂੰ ਕਹਿਣ ਲੱਗਾ ਕਿ ਉਸ ਨੂੰ ਕਰਨ ਲਈ ਕੰਮ, ਰਹਿਣ ਲਈ ਥਾਂ ਅਤੇ ਖਾਣ ਲਈ ਭੋਜਨ ਚਾਹੀਦਾ ਹੈ। ਮੱਠ ਦੇ ਮੁਖੀ ਨੇ ਪੁੱਛਿਆ, ਤੂੰ ਕਿੱਥੋਂ ਤੱਕ ਪੜ੍ਹਿਆ ਹੈ? ਕਿਹੜਾ ਕੰਮ ਕਰ ਸਕਦਾ ਹੈ? ਤੈਨੂੰ ਕਿਸ ਬਾਰੇ ਜ਼ਿਆਦਾ ਜਾਣਕਾਰੀ ਹੈ? ਉਸ ਨੌਜਵਾਨ ਨੇ ਉੱਤਰ ਦਿੱਤਾ, ਮੈਂ ਕੋਈ ਬਹੁਤ ਵੱਡੇ ਵਿਸ਼ਵਵਿਦਿਆਲਿਆ ਵਿੱਚ ਪੜ੍ਹਾਈ ਨਹੀਂ ਕੀਤੀ ਅਤੇ ਨਾ ਹੀ ਮੈਂ ਕਿਸੇ ਕੰਮ ਵਿੱਚ ਬਹੁਤ ਜ਼ਿਆਦਾ ਨਿਪੁੰਨ ਹਾਂ। ਮੈਂ ਸਿਰਫ ਭੋਜਨ ਵਾਲੀ ਥਾਲੀ ਧੋਣ ਅਤੇ ਨਿੱਕੇ ਮੋਟੇ ਕੰਮ ਸਾਫ਼ ਸਫਾਈ ਦੇ ਕਰਨਾ ਜਾਣਦਾ ਹਾਂ। ਇਸ ਤੋਂ ਇਲਾਵਾ ਮੈਨੂੰ ਕੁਝ ਵੀ ਨਹੀਂ ਆਉਂਦਾ। ਉਸ ਮੁਖੀ ਨੇ ਨੌਜਵਾਨ ਵੱਲ ਬੜੇ ਧਿਆਨ ਨਾਲ ਵੇਖਿਆ ਅਤੇ ਕਹਿਣ ਲੱਗੇ, ਤੈਨੂੰ ਯਕੀਨ ਹੈ ਕਿ ਤੈਨੂੰ ਕੁਛ ਵੀ ਨਹੀਂ ਆਉਂਦਾ? ਤੂੰ ਕੁਛ ਨਹੀਂ ਜਾਣਦਾ? ਤੂੰ ਕਿਸੇ ਕੰਮ ਵਿੱਚ ਵੀ ਨਿਪੁੰਨ ਨਹੀਂ? ਨੌਜਵਾਨ ਨੇ ਉਸ ਮੁਖੀ ਨੂੰ ਉੱਤਰ ਦਿੱਤਾ ਕਿ ਜਿੱਥੋਂ ਤੱਕ ਮੈਨੂੰ ਯਾਦ ਹੈ, ਮੈਨੂੰ ਇਹੋ ਜਿਹਾ ਕੋਈ ਕੰਮ ਵੀ ਨਹੀਂ ਆਉਂਦਾ ਜਿਸ ਵਿੱਚ ਮੈਂ ਬਹੁਤ ਜ਼ਿਆਦਾ ਨਿਪੁੰਨ ਹੋਵਾਂ। ਮੱਠ ਦੇ ਮੁਖੀ ਨੇ ਫਿਰ ਕਿਹਾ, ਤੂੰ ਸਭ ਤੋਂ ਜ਼ਿਆਦਾ ਕੀ ਕਰਦਾ ਹੈ? ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਕਰਦਾ ਹੈ ਜਾਂ ਕਿਹੜਾ ਕੰਮ ਕਰਦਾ ਹੈ ਜੋ ਤੂੰ ਹਰ ਰੋਜ਼ ਕਰਦਾ ਹੈ ਜਾਂ ਹਫ਼ਤੇ ਵਿੱਚ 2-3 ਵਾਰ ਕਰਦਾ ਹੈ? ਉਸ ਮੁਖੀ ਦੀ ਗੱਲ ਸੁਣ ਕੇ ਨੌਜਵਾਨ ਨੇ ਕਿਹਾ, ਮੈਂ ਸ਼ਤਰੰਜ ਦਾ ਖੇਲ ਹਫ਼ਤੇ ਵਿੱਚ 2-3 ਵਾਰ ਖੇਡਦਾ ਹਾਂ ਅਤੇ ਸਾਰੇ ਹੀ ਕਹਿੰਦੇ ਨੇ ਕਿ ਮੈਂ ਚੰਗਾ ਖੇਡਦਾ ਹਾਂ। ਫਿਰ ਉਹ ਮੁਖੀ ਕਹਿਣ ਲੱਗਾ, ਇਹਦਾ ਮਤਲਬ ਹੈ ਤੈਨੂੰ ਸ਼ਤਰੰਜ ਖੇਡਣੀ ਆਉਂਦੀ ਹੈ। ਹੁਣ ਮੈਂ ਤੇਰੀ ਪ੍ਰੀਖਿਆ ਲਵਾਂਗਾ। ਜੇ ਤੂੰ ਉਸ ਪ੍ਰੀਖਿਆ ਵਿੱਚ ਪਾਸ ਹੋ ਗਿਆ ਤਾਂ ਮੈਂ ਤੈਨੂੰ ਆਪਣੇ ਮੱਠ ਵਿੱਚ ਰਹਿਣ ਦੀ ਇਜਾਜ਼ਤ ਦੇ ਦੇਵਾਂਗਾ। ਫਿਰ ਤੂੰ ਇਸ ਮੱਠ ਵਿੱਚ ਰਹਿ ਸਕਦਾ ਹੈ। ਨੌਜਵਾਨ ਨੇ ਉਸ ਮੁਖੀ ਦੀ ਗੱਲ ਸਵੀਕਾਰ ਕਰ ਲਈ। ਮੱਠ ਦੇ ਮੁਖੀ ਨੇ ਦੂਜੇ ਚੇਲੇ ਨੂੰ ਇੱਕ ਮੇਜ਼, ਬਿਸਾਤ ਅਤੇ ਕੁਝ ਸਿੱਕੇ ਲਿਆਉਣ ਲਈ ਕਿਹਾ। ਮੇਜ਼ ਉੱਤੇ ਬਿਸਾਤ ਵਿਛਾ ਕੇ ਸਿੱਕੇ ਰੱਖ ਦਿੱਤੇ ਗਏ। ਫਿਰ ਮੱਠ ਦੇ ਮੁਖੀ ਨੇ ਕਿਹਾ, ਮੇਰੇ ਹੱਥ ਵਿੱਚ ਤਲਵਾਰ ਹੈ ਅਤੇ ਜੋ ਹਾਰੇਗਾ ਮੈਂ ਉਸ ਦੀ ਨੱਕ ਵੱਢ ਦੇਵਾਂਗਾ। ਨੌਜਵਾਨ ਮੁਖੀ ਦੀ ਗੱਲ ਸੁਣ ਕੇ ਘਬਰਾ ਗਿਆ। ਹੁਣ ਉਸ ਕੋਲ ਕੋਈ ਚਾਰਾ ਨਹੀਂ ਸੀ ਸਿਵਾਏ ਸ਼ਤਰੰਜ ਖੇਡਣ ਤੋਂ। ਸ਼ਤਰੰਜ ਦਾ ਖੇਡ ਸ਼ੁਰੂ ਹੋਇਆ ਅਤੇ ਸ਼ੁਰੂਆਤ ਵਿੱਚ ਨੌਜਵਾਨ ਕੋਲੋਂ ਕੁਝ ਗਲਤੀਆਂ ਹੋਈਆਂ ਅਤੇ ਬਿਸਾਤ ਵਿੱਚ ਉਸ ਦੀ ਹਾਲਤ ਨਿਰਾਸ਼ਾਜਨਕ ਹੋ ਗਈ। ਪਰ ਉਸ ਨੂੰ ਤਲਵਾਰ ਦਿਖ ਰਹੀ ਸੀ, ਇਸ ਲਈ ਉਹਦਾ ਪੂਰਾ ਧਿਆਨ ਖੇਡ ਉੱਤੇ ਸੀ। ਉਸ ਨੇ ਫਿਰ ਪੂਰੀ ਤਰ੍ਹਾਂ ਆਪਣਾ ਧਿਆਨ, ਆਪਣੀ ਸੁਰਤੀ ਖੇਡ 'ਤੇ ਰੱਖੀ ਅਤੇ ਖੇਡ ਵਿੱਚ ਆਪਣੀ ਪੂਰੀ ਸੁਰਤ, ਪੂਰਾ ਧਿਆਨ ਰੱਖਣ ਕਰਕੇ ਉਹ ਹਾਰਨ ਤੋਂ ਜਿੱਤਣ ਦੀ ਕਗਾਰ ਵਿੱਚ ਆ ਗਿਆ। ਪਰ ਉਸ ਨੌਜਵਾਨ ਨੇ ਦੇਖਿਆ ਕਿ ਉਸ ਨਾਲ ਸ਼ਤਰੰਜ ਖੇਡ ਰਿਹਾ ਦੂਸਰਾ ਚੇਲਾ ਖੇਡ ਵਿੱਚ ਉਤਸੁਕਤਾ ਨਹੀਂ ਵਿਖਾ ਰਿਹਾ ਸੀ, ਬਲਕਿ ਉਹ ਪਰੇਸ਼ਾਨ ਹੋ ਰਿਹਾ ਸੀ, ਜਿਵੇਂ ਉਸ ਨੂੰ ਕੋਈ ਪਰੇਸ਼ਾਨੀ ਹੋਵੇ। ਨੌਜਵਾਨ ਸੋਚਣ ਲੱਗਾ, ਮੈਂ ਜ਼ਿੰਦਗੀ ਵਿੱਚ ਕੁਛ ਨਹੀਂ ਕੀਤਾ, ਮੈਂ ਬਿਲਕੁਲ ਨਿਕੰਮਾ ਹਾਂ। ਸ਼ਤਰੰਜ ਦਾ ਖੇਡ ਹਾਰਨ ਕਰਕੇ ਜੇ ਮੇਰੀ ਨੱਕ ਵੀ ਵੱਢੀ ਜਾਵੇਗੀ ਤਾਂ ਮੇਰੇ ਲਈ
ਕੁਛ ਨਹੀਂ ਬਦਲੇਗਾ। ਪਰ ਇਹ ਚੇਲਾ ਜੋ ਮੱਠ ਵਿੱਚ ਰਹਿ ਰਿਹਾ ਹੈ, ਜੇਕਰ ਇਸ ਦੀ ਨੱਕ ਕੱਟੀ ਗਈ ਤਾਂ ਸਾਰੇ ਜਾਣੇ ਇਸ ਦਾ ਮਜ਼ਾਕ ਬਣਾਉਣਗੇ। ਇਹ ਆਪਣੀ ਸਾਧਨਾ ਛੱਡ ਜਾਵੇਗਾ, ਇਸ ਦਾ ਭਰੋਸਾ ਟੁੱਟ ਜਾਵੇਗਾ। ਅਤੇ ਇਹ ਵੀ ਹੋ ਸਕਦਾ ਹੈ ਕਿ ਨੱਕ ਕੱਟਣ ਕਰਕੇ ਇਹ ਮੱਠ ਹੀ ਛੱਡ ਜਾਵੇ। ਮੇਰਾ ਕੀ ਹੈ, ਨਾ ਮੈਨੂੰ ਹਾਰਨ ਨਾਲ ਫਰਕ ਪਏਗਾ ਅਤੇ ਨਾ ਨੱਕ ਵੱਢਣ ਨਾਲ। ਇਸ ਲਈ ਇਹ ਸੋਚਦੇ ਹੀ ਨੌਜਵਾਨ ਨੇ ਜਾਣ ਬੁੱਝ ਕੇ ਇੱਕ ਗਲਤ ਚਾਲ ਚੱਲੀ, ਤਾਂ ਜੋ ਦੂਸਰਾ ਆਦਮੀ ਗਲਤ ਚਾਲ ਦਾ ਫਾਇਦਾ ਲੈ ਕੇ ਇਹ ਖੇਡ ਜਿੱਤ ਸਕੇ। ਉਹਦੀ ਚਾਲ ਚੱਲਣ ਦੇ ਨਾਲ ਹੀ ਜੋ ਮੁਖੀ ਉਹਨਾਂ ਦੇ ਸਿਰ 'ਤੇ ਖਲੋਤਾ ਸੀ, ਉਸਨੇ ਜ਼ੋਰ ਨਾਲ ਤਲਵਾਰ ਮੇਜ਼ 'ਤੇ ਮਾਰੀ। ਤਲਵਾਰ ਮੇਜ਼ 'ਤੇ ਵੱਜਦਿਆਂ ਹੀ ਸਾਰੇ ਸਿੱਕੇ ਆਸੇ-ਪਾਸੇ ਖਿੱਲਰ ਗਏ। ਉਹ ਮੁਖੀ ਕਹਿਣ ਲੱਗਾ, ਖੇਲ ਖਤਮ ਹੋਇਆ। ਅਤੇ ਨਾਲ ਹੀ ਉਸਨੇ ਉਸ ਨੌਜਵਾਨ ਨੂੰ ਕਿਹਾ, ਤੇਰਾ ਇਸ ਮੱਠ ਵਿੱਚ ਸਵਾਗਤ ਹੈ, ਤੂੰ ਇਸ ਮੱਠ ਵਿੱਚ ਰਹਿ ਸਕਦਾ ਹੈ। ਨੌਜਵਾਨ ਕਹਿਣ ਲੱਗਾ, ਮੁਖੀ ਜੀ, ਮੈਂ ਕੁਝ ਸਮਝਿਆ ਨਹੀਂ, ਖੇਡ ਤਾਂ ਅਜੇ ਚਾਲੂ ਸੀ। ਮੁਖੀ ਨੌਜਵਾਨ ਨੂੰ ਕਹਿਣ ਲੱਗਾ, ਮੈਂ ਤੈਨੂੰ ਸ਼ਤਰੰਜ ਦਾ ਖੇਡ ਇਸ ਲਈ ਖੇਡਣ ਲਈ ਨਹੀਂ ਕਿਹਾ ਕਿ ਮੈਂ ਤੇਰੀ ਯੋਗਤਾ ਦੇਖ ਸਕਾਂ। ਮੈਂ ਤਾਂ ਕੇਵਲ ਤੇਰੇ ਵਿੱਚ ਉਹ 2 ਗੁਣ ਵੇਖਣਾ ਚਾਹੁੰਦਾ ਹਾਂ ਜੋ ਸਾਡੀ ਆਤਮਾ ਲਈ ਜਾਂ ਆਤਮਾ ਦੇ ਗਿਆਨ ਲਈ ਬਹੁਤ ਜ਼ਰੂਰੀ ਹਨ। ਪਹਿਲੀ ਹੈ ਤੁਹਾਡੀ ਸੁਰਤ, ਇਕਾਗਰਤਾ, ਧਿਆਨ। ਜੋ ਮੈਂ ਤੇਰੇ ਵਿੱਚ ਵੇਖੀ, ਪਹਿਲਾਂ ਤੂੰ ਕੁਝ ਗਲਤੀਆਂ ਕਰਕੇ ਸ਼ਤਰੰਜ ਦਾ ਖੇਡ ਹਾਰ ਰਿਹਾ ਸੀ, ਪਰ ਫਿਰ ਤੂੰ ਆਪਣੀ ਸੁਰਤ, ਆਪਣਾ ਧਿਆਨ, ਆਪਣਾ ਚਿੱਤ ਇਸ ਖੇਡ ਵਿੱਚ ਲਾਇਆ ਅਤੇ ਜਿੱਤਣ ਦੀ ਕਗਾਰ 'ਤੇ ਆ ਗਿਆ। ਇਸ ਖੇਡ ਨੂੰ ਤੂੰ ਜਿੱਤ ਸਕਦਾ ਸੀ, ਪਰ ਮੈਂ ਤੇਰੇ ਵਿੱਚ ਉਹ ਦੂਜਾ ਗੁਣ ਵੇਖਿਆ। ਉਹ ਦੂਜਾ ਗੁਣ ਹੈ ਦਇਆ। ਤੇਰੇ ਵਿੱਚ ਬੇਸ਼ੁਮਾਰ ਦਇਆ ਹੈ, ਤੂੰ ਦਇਆਵਾਨ ਹੈ, ਕਿਸੇ ਦੀ ਮਦਦ ਕਰਨ ਵਾਲੀ ਦਇਆ। ਜਦ ਤੂੰ ਵੇਖਿਆ ਕਿ ਤੇਰਾ ਵਿਰੋਧੀ ਆਦਮੀ ਇਹ ਖੇਡ ਹਾਰ ਰਿਹਾ ਹੈ ਪਰ ਉਹ ਪਰੇਸ਼ਾਨ ਵੀ ਹੈ, ਤਾਂ ਤੂੰ ਜਾਣ ਬੁੱਝ ਕੇ ਇਸ ਖੇਡ ਵਿੱਚ ਗਲਤ ਚਾਲ ਚੱਲੀ ਤਾਂ ਜੋ ਜਿੱਤ ਸਕੇ, ਉਸਨੂੰ ਹਾਰ ਦਾ ਮੂੰਹ ਨਾ ਦੇਖਣਾ ਪਵੇ। ਅਤੇ ਜਿਸ ਵਿੱਚ ਇਹ ਦੋਵੇਂ ਗੁਣ ਹੋਣ, ਉਸ ਦਾ ਜੀਵਨ ਸਾਰਥਕ ਹੋ ਜਾਂਦਾ ਹੈ। ਜ਼ਿੰਦਗੀ ਵਿੱਚ ਜਿੱਤਣ ਵਾਸਤੇ ਅਤੇ ਹਾਰਨ ਵਾਸਤੇ ਕੁਝ ਵੀ ਨਹੀਂ ਹੁੰਦਾ, ਪਰ ਜ਼ਿੰਦਗੀ ਵਿੱਚ ਖੁਸ਼ ਉਹੀ ਰਹਿ ਸਕਦੇ ਨੇ ਜੋ ਇਸ ਚੀਜ਼ ਤੋਂ ਪਰੇ ਹੋ ਜਾਣ। ਅਤੇ ਜੇਕਰ ਜ਼ਿੰਦਗੀ ਦੀ ਖੇਡ ਵਿੱਚ ਹਾਰ ਅਤੇ ਜਿੱਤ ਦੇ ਵਿੱਚ ਪੈ ਜਾਵੋ ਤਾਂ ਸਾਰੀ ਜ਼ਿੰਦਗੀ ਇਹ ਸ਼ਤਰੰਜ ਦੀ ਬਸਾਤ ਵਾਂਗੂ ਨਿਕਲ ਜਾਂਦੀ ਹੈ, ਕਿਉਂਕਿ ਬਹੁਤ ਘੱਟ ਲੋਕ ਹਨ ਜੋ ਜ਼ਿੰਦਗੀ ਨੂੰ ਜਿੱਤ ਕੇ ਗਏ ਹਨ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।